राधा स्वामी। सतकथा जी। साधु सुखदेव सिंह जी, हजूर सतगुरु मोड़ा वाले। आप जी ਦੇ ਨਾਂ ਨਾਲ ਹਜੂਰ ਸਤਿਗੁਰੂ ਇਸ ਕਰਕੇ ਲਾਇਆ ਹੈ ਕਿਉਂਕਿ ਹਜੂਰ ਸੰਤ ਸਤਿਗੁਰੂ ਮਿਹਰ ਸਿੰਘ ਜੀ ਮਹਾਰਾਜ ਨੇ ਆਪਣੇ ਹੁੰਦਿਆਂ ਵੀ ਇਹਨਾਂ ਬਾਰੇ ਸਮੇਂ-ਸਮੇਂ ਇਸ਼ਾਰੇ ਕਰਦੇ ਰਹੇ ਅਤੇ ਆਪਣਾ ਸਰੀਰ ਛੱਡਣ ਮਗਰੋਂ ਵੀ ਸੰਗਤ ਵਿੱਚੋਂ ਕਈ ਜੀਆਂ ਨੂੰ ਅੰਦਰੋਂ ਦਰਸ਼ਨ ਦੇ ਕੇ ਫਰਮਾਇਆ ਸੀ ਕਿ ਅਸੀਂ ਹੁਣ ਸੁੱਖ ਦੇ ਚੋਲੇ ਵਿੱਚ ਬੈਠ ਕੇ ਜਗਤ ਦਾ ਉਧਾਰ ਕਰਾਂਗੇ। ਇਸ ਲਈ ਸਤਿਗੁਰ ਸੱਚੇ ਪਿਤਾ ਜੀ ਦੇ ਜਾਨਸ਼ੀਨ ਬਾਰੇ ਸਾਖੀ ਪੜ੍ਹੀ ਜਾਵੇ। ਆਪ ਜੀ ਦਾ ਜਨਮ 12 ਸਾਵਨ ਸੰਮਤ 2003 ਬਿਕਰਮੀ ਮੁਤਾਬਿਕ 27 ਜੁਲਾਈ 1946 ਈਸਵੀ ਸ਼ਨੀਵਾਰ ਨੂੰ ਮਾਤਾ ਬਲਵੀਰ ਕੌਰ ਦੀ ਕੁੱਖੋਂ ਪਿੰਡ ਮੋੜੇ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਆਪ ਜੀ ਦੇ ਪਿਤਾ ਜੀ ਦਾ ਨਾਮ ਸਰਦਾਰ ਮਹਿੰਦਰ ਸਿੰਘ ਸੰਧੂ ਸੀ। ਆਪ ਜੀ ਦੇ 4 ਛੋਟੇ ਭਰਾ ਸਰਦਾਰ ਰਵੇਲ ਸਿੰਘ, ਸਰਦਾਰ ਸੁਰਿੰਦਰ ਸਿੰਘ, ਸਰਦਾਰ ਪ੍ਰਦੀਪ ਸਿੰਘ ਅਤੇ ਸਰਦਾਰ ਪ੍ਰੇਮ ਸਿੰਘ ਹਨ ਅਤੇ ਆਪ ਜੀ ਦੀਆਂ 2 ਭੈਣਾਂ ਸ਼੍ਰੀਮਤੀ ਬਲਵਿੰਦਰ ਕੌਰ ਅਤੇ ਬੀਬੀ ਸਿਮਰਜੀਤ ਕੌਰ ਹਨ। ਹਜੂਰ ਸਤਿਗੁਰੂ ਜੀ ਨੇ ਇੱਕ ਵਾਰ ਫਰਮਾਇਆ ਸੀ ਕਿ ਆਪ ਜੀ ਦੇ ਸਾਰੇ ਪਰਿਵਾਰ ਦਾ ਸੁਭਾਅ ਬਹੁਤ ਚੰਗਾ ਹੈ। ਭਾਈ ਸਾਹਿਬ ਸੁਖਦੇਵ ਸਿੰਘ ਜੀ ਪਹਿਲੀ ਵਾਰ ਅਗਸਤ 1968 ਈਸਵੀ ਵਿੱਚ ਡਾਕਟਰ ਹੰਸਰਾਜ ਪਿੰਡ ਚੁਗਾਵਾਂ ਵਾਲੇ ਤੇ ਭਾਈ ਦਲੀਪ ਸਿੰਘ ਪਿੰਡ ਮੋਦੇ ਧਨੋਆ ਵਾਲੇ ਦੇ ਨਾਲ ਭਾਦਰੋਂ ਦੀ ਮੱਸਿਆ ਤੇ ਤਰਨਤਾਰਨ ਸਤਿਗੁਰ ਸੱਚੇ ਪਿਤਾ ਜੀ ਦੇ ਦਰਸ਼ਨ ਕਰਨ ਗਏ। ਸਤਸੰਗ ਸੁਣਨ ਤੋਂ ਬਾਅਦ ਫੁਲਕਾ ਖਾ ਕੇ ਡਾਕਟਰ ਹੰਸਰਾਜ ਤਾਂ ਵਾਪਸ ਪਿੰਡ ਚੁਗਾਵਾਂ ਚਲਾ ਗਿਆ, ਪਰ ਆਪ ਜੀ ਅਤੇ ਭਾਈ ਦਲੀਪ ਸਿੰਘ ਸਤਿਗੁਰਾਂ ਨਾਲ ਦੌਰੇ 'ਤੇ ਚਲੇ ਗਏ। ਆਪ ਜੀ ਕੁਝ ਦਿਨ ਸੇਵਾ ਕਰਕੇ ਤੇ ਫਿਰ ਸਤਿਗੁਰਾਂ ਕੋਲੋਂ ਛੁੱਟੀ ਲੈ ਕੇ ਘਰ ਚਲੇ ਗਏ। ਭਾਈ ਸਾਹਿਬ ਸੁਖਦੇਵ ਸਿੰਘ ਜੀ ਦੂਜੀ ਵਾਰ ਅਕਤੂਬਰ 1968 ਈਸਵੀ ਵਿੱਚ ਦੀਵਾਲੀ ਦੇ ਆਪਣੇ ਮਾਤਾ ਜੀ ਅਤੇ ਡਾਕਟਰ ਹੰਸਰਾਜ ਨਾਲ ਹਜੂਰ ਸਤਿਗੁਰੂ ਜੀ ਦੇ ਦਰਸ਼ਨ ਕਰਨ ਆਏ। ਸਤਿਗੁਰਾਂ ਨੇ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਸ਼ਾਮ ਨੂੰ ਸਤਿਗੁਰੂ ਸੇਵਨ ਸੇ ਵਡਭਾਗੀ ਆਂਦਿਨ ਸਾਚ ਨਾਮ ਲਿਵ ਲਾਗੀ ਸ਼ਬਦ ਦਾ ਸਤਸੰਗ ਕੀਤਾ। ਸਤਸੰਗ ਤੋਂ ਬਾਅਦ ਭਾਈ ਸਾਹਿਬ ਸੁਖਦੇਵ ਸਿੰਘ ਜੀ ਨੇ ਕੁਝ ਹੋਰ ਸੰਗਤ ਦੇ ਨਾਲ ਸਤਿਗੁਰ ਸੱਚੇ ਪਿਤਾ ਜੀ ਦੇ ਚਰਨਾਂ ਵਿੱਚ ਅਰਜ਼ ਕੀਤੀ, ਸੱਚੇ ਪਾਤਸ਼ਾਹ ਜੀ ਮੈਨੂੰ ਨਾਮ ਦੀ ਦਾਤ ਬਖਸ਼ੋ। ਸਤਿਗੁਰਾਂ ਫਰਮਾਇਆ, ਭਾਈ ਕੱਲ੍ਹ ਸਵੇਰੇ ਨਾਮ ਦੇਵਾਂਗੇ। ਸਤਿਗੁਰਾਂ ਭਾਈ ਕੁੰਦਨ ਸਿੰਘ ਪਾਠੀ ਨੂੰ ਨਾਮ ਲੈਣ ਵਾਲਿਆਂ ਦੇ ਨਾਂ ਲਿਖਣ ਦਾ ਹੁਕਮ ਦਿੱਤਾ। ਉਸਨੇ ਨਾਂ ਲਿਖ ਲਏ। ਅਗਲੇ ਦਿਨ ਸਵੇਰੇ 4 ਵਜੇ ਸਤਿਗੁਰਾਂ ਸਾਰਿਆਂ ਨੂੰ ਨਾਮ ਬਖਸ਼ ਦਿੱਤਾ। ਜਦੋਂ ਜੁਗਤੀ ਵਿੱਚ ਬਿਠਾਇਆ ਤਾਂ ਆਪ ਜੀ ਨੂੰ ਸਤਿਗੁਰਾਂ ਦੇ ਨੂਰੀ ਸਰੂਪ ਦੇ ਦਰਸ਼ਨ ਹੋਏ ਤੇ ਸ਼ਬਦ ਸੁਣਿਆ। ਇਹ ਰੂਹਾਨੀ ਨਜ਼ਾਰਾ ਵੇਖ ਕੇ ਆਪ ਜੀ ਇੰਨੇ ਖੁਸ਼ ਹੋਏ ਕਿ ਸਤਿਗੁਰਾਂ ਦੇ ਹੀ ਹੋ ਕੇ ਰਹਿ ਗਏ ਤੇ ਫਿਰ ਘਰ ਨਾ ਗਏ। ਕੁਝ ਦਿਨਾਂ ਬਾਅਦ ਭਾਈ ਸਾਹਿਬ ਸੁਖਦੇਵ ਸਿੰਘ ਜੀ ਦੇ ਪਿਤਾ ਜੀ ਡਾਕਟਰ ਹੰਸਰਾਜ ਨੂੰ ਨਾਲ ਲੈ ਕੇ ਜਲੰਧਰ ਸਤਿਗੁਰ ਸੱਚੇ ਪਿਤਾ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ। ਸਤਿਗੁਰਾਂ ਅੱਗੇ ਸੁਖਦੇਵ ਸਿੰਘ ਨੂੰ ਛੁੱਟੀ ਦੇ ਕੇ ਪਿੰਡ ਭੇਜਣ ਦੀ ਅਰਜ਼ ਕੀਤੀ। ਹਜੂਰ ਸਤਿਗੁਰੂ ਜੀ ਨੇ ਫਰਮਾਇਆ, ਭਾਈ ਇਸ ਨੂੰ ਪੁੱਛ ਲਵੋ, ਜੇ ਇਹ ਜਾਂਦਾ ਹੈ ਤਾਂ ਲੈ ਜਾਓ। ਉਹਨਾਂ ਨੇ ਭਾਈ ਸਾਹਿਬ ਸੁਖਦੇਵ ਸਿੰਘ ਨੂੰ ਪਿੰਡ ਜਾਣ ਵਾਸਤੇ ਆਖਿਆ, ਪਰ ਆਪ ਜੀ ਨਾ ਮੰਨੇ ਤੇ ਕਿਹਾ, ਮੈਂ ਤਾਂ ਹੁਣ ਇੱਥੇ ਸਤਿਗੁਰਾਂ ਦੇ ਚਰਨਾਂ ਵਿੱਚ ਹੀ ਰਹਾਂਗਾ। ਤੁਸੀਂ ਜਿੱਦ ਨਾ ਕਰੋ। ਮੇਰੇ ਇੱਥੇ ਰਹਿਣ ਨਾਲ ਤੁਹਾਡੀ ਕੋਈ ਬਦਨਾਮੀ ਨਹੀਂ ਹੋਵੇਗੀ, ਸਗੋਂ ਭਲਾ ਹੀ ਹੋਵੇਗਾ। ਭਾਈ ਸਾਹਿਬ ਸੁਖਦੇਵ ਸਿੰਘ ਜੀ ਜਦੋਂ ਨਾ ਮੰਨੇ ਤਾਂ ਆਪ ਜੀ ਦੇ ਪਿਤਾ ਜੀ ਸਾਧੂ ਜੀਤ ਸਿੰਘ ਨੂੰ ਮਿਲੇ ਅਤੇ ਆਖਿਆ, ਤੁਸੀਂ ਸੁਖਦੇਵ ਸਿੰਘ ਨੂੰ ਸਮਝਾਓ ਕਿ ਉਹ ਸਤਿਗੁਰਾਂ ਪਾਸੋਂ ਛੁੱਟੀ ਲੈ ਕੇ ਸਾਡੇ ਨਾਲ ਪਿੰਡ ਚਲੇ। ਸਾਧੂ ਜੀਤ ਸਿੰਘ ਨੇ ਆਖਿਆ, ਇੱਥੇ ਕਈ ਆਏ ਅਤੇ ਸਤਿਗੁਰਾਂ ਕੋਲੋਂ ਬਿਨਾਂ ਛੁੱਟੀ ਲਿਆ ਹੀ ਨੱਸ ਗਏ। ਕੁਝ ਦਿਨ ਰਹਿ ਕੇ ਇਹ ਵੀ ਇਸੇ ਤਰ੍ਹਾਂ ਕਰ ਲਏਗਾ। ਇਹ ਸੁਣ ਕੇ ਆਪ ਜੀ ਦੇ ਪਿਤਾ ਜੀ ਨੇ ਆਖਿਆ ਕਿ ਇਹ ਇਸ ਤਰ੍ਹਾਂ ਨਹੀਂ ਕਰੇਗਾ, ਕਿਉਂਕਿ ਇਹ ਜੋ ਕਹਿੰਦਾ ਹੈ ਪੂਰਾ ਕਰਦਾ ਹੈ। ਆਪ ਜੀ ਦੇ ਪਿਤਾ ਜੀ ਪਾਸੋਂ ਸਾਧੂ ਸੁਖਦੇਵ ਸਿੰਘ ਜੀ ਦੇ ਦ੍ਰਿੜ ਫੈਸਲਾ ਲੈਣ ਬਾਰੇ ਸੁਣ ਕੇ ਸਾਧੂ ਜੀਤ ਸਿੰਘ ਨੇ ਕਿਹਾ, ਜੇ ਇਹ ਕਹਿੰਦਾ ਹੈ ਪੂਰਾ ਕਰਦਾ ਹੈ ਤਾਂ ਫਿਰ ਇਹ ਇਸ ਦਰਬਾਰ ਤੋਂ ਵੀ ਕੁਝ ਲੈ ਕੇ ਹੀ ਜਾਵੇਗਾ।
ਸਾਧੂ ਜੀਤ ਸਿੰਘ ਦਾ ਇਹ ਉੱਤਰ ਸੁਣ ਕੇ ਆਪ ਜੀ ਦੇ ਪਿਤਾ ਜੀ ਸਤਿਗੁਰਾਂ ਤੋਂ ਛੁੱਟੀ ਲੈ ਕੇ ਘਰ ਚਲੇ ਗਏ ਅਤੇ ਆਪ ਜੀ ਸਾਧ ਬਣ ਕੇ ਡੇਰੇ ਵਿੱਚ ਰਹਿ ਕੇ ਸਤਿਗੁਰਾਂ ਦੇ ਹੁਕਮ ਅਨੁਸਾਰ ਸੇਵਾ ਕਰਨ ਲੱਗੇ। ਆਪ ਜੀ ਸਾਰਾ ਦਿਨ ਸਤਿਗੁਰ ਸੱਚੇ ਪਿਤਾ ਜੀ ਦੇ ਹੁਕਮ ਅਨੁਸਾਰ ਸੇਵਾ ਕਰਦੇ, ਜਿਵੇਂ ਵਰਕਸ਼ਾਪ ਵਿੱਚ ਸਟੀਲ ਦੇ ਦਰਵਾਜ਼ਿਆਂ, ਰੋਸ਼ਨਦਾਨਾਂ, ਗ੍ਰਿਲਾਂ ਅਤੇ ਇਸ ਤਰ੍ਹਾਂ ਦੇ ਹੋਰ ਕੰਮ, ਡੇਰੇ ਦੀ ਉਸਾਰੀ, ਸਤਿਗੁਰਾਂ ਦੀ ਹਜ਼ੂਰੀ ਸੇਵਾ ਆਦਿ। ਆਪ ਜੀ ਇਸ ਤੋਂ ਇਲਾਵਾ ਰਾਤ ਨੂੰ 10 ਵਜੇ ਤੱਕ ਸਤਿਗੁਰਾਂ ਦੇ ਦਰਸ਼ਨ ਕਰਦੇ, 10 ਤੋਂ 12 ਵਜੇ ਤੱਕ ਦਿਨ ਦੀ ਰਹਿੰਦੀ ਸੇਵਾ ਪੂਰੀ ਕਰਦੇ, 12 ਤੋਂ 2 ਵਜੇ ਤੱਕ ਪਹਿਰਾ ਦਿੰਦੇ ਤੇ ਉਸੇ ਦੌਰਾਨ ਸਿਮਰਨ ਵੀ ਕਰਦੇ ਰਹਿੰਦੇ। 2 ਵਜੇ ਤੋਂ ਉਪਰੰਤ ਭਜਨ ਤੇ ਬੈਠ ਜਾਂਦੇ। ਜਦੋਂ ਭਜਨ ਤੋਂ ਉੱਠਦੇ ਤਾਂ ਸਿੱਧੇ ਹਵੇਲੀ ਵਿੱਚ ਜਾ ਕੇ ਮੱਝਾਂ ਚੋਣ ਦੀ ਸੇਵਾ ਕਰਦੇ। ਆਪ ਜੀ ਸਿਆਲ ਵਿੱਚ ਰਾਤ ਨੂੰ ਵੀ ਆਪਣੇ ਉੱਪਰ ਸਿਰਫ ਇੱਕ ਲੋਈ ਲੈਂਦੇ ਸਨ। ਜਦੋਂ ਵੀ ਠੰਡ ਲੱਗਦੀ ਤਾਂ ਆਪ ਜੀ ਭਜਨ ਤੇ ਬੈਠ ਜਾਂਦੇ ਅਤੇ ਇਸ ਤਰ੍ਹਾਂ ਠੰਡ ਤੋਂ ਵੀ ਲਾਹਾ ਲੈਂਦੇ ਸਨ। ਸਾਧੂ ਸੁਖਦੇਵ ਸਿੰਘ ਜੀ ਹਰ ਤਰ੍ਹਾਂ ਦੀ ਸੇਵਾ ਸਤਿਗੁਰਾਂ ਦੇ ਹੁਕਮ ਅਨੁਸਾਰ ਬੜੇ ਭਾਵ ਨਾਲ ਕਰਦੇ ਸਨ। ਆਪ ਜੀ ਨੂੰ ਸੇਵਾ ਕਰਦਿਆਂ ਵੇਖ ਕੇ ਸਤਿਗੁਰ ਜੀ ਬੜੇ ਖੁਸ਼ ਹੁੰਦੇ ਸਨ ਅਤੇ ਕਈ ਵਾਰ ਬਚਨ ਵੀ ਕਰਦੇ ਸਨ ਕਿ ਇਸ ਦਾ ਹਿਰਦਾ ਸੱਚਾ ਹੈ, ਸੁਖ ਬਹੁਤ ਸਿਆਣਾ ਹੈ ਤੇ ਇਹ ਸਾਡੇ ਇਸ਼ਾਰੇ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਇਹ ਦਿਲ ਦਾ ਬਹੁਤ ਸਾਫ਼ ਹੈ, ਇਹ ਬਹੁਤ ਭਰੋਸੇਮੰਦ ਹੈ। ਸਾਡੇ ਪਿੱਛੋਂ ਜਦੋਂ ਇਹ ਡੇਰੇ ਹੁੰਦਾ ਹੈ ਤਾਂ ਸਾਨੂੰ ਡੇਰੇ ਦਾ ਕੋਈ ਫਿਕਰ ਨਹੀਂ ਰਹਿੰਦਾ। ਇਸੇ ਤਰ੍ਹਾਂ ਦਸੰਬਰ 1970 ਈਸਵੀ ਵਿੱਚ ਜਦੋਂ ਸਤਿਗੁਰ ਸੱਚੇ ਪਿਤਾ ਜੀ ਦਿੱਲੀ ਪੰਜਾਬੀ ਬਾਗ ਡੇਰੇ ਵਿੱਚ ਬੈਠੇ ਹੋਏ ਸੰਗਤ ਨੂੰ ਦਰਸ਼ਨ ਦੇ ਰਹੇ ਸੀ ਤਾਂ ਉਦੋਂ ਇੱਕ ਬੇਸਤਸੰਗੀ ਬੀਬੀ ਦੇ ਪੁੱਛਣ ਤੇ ਕਿ ਮਹਾਰਾਜ ਜੀ ਆਪ ਜੀ ਦੇ ਕਿੰਨੇ ਪੁੱਤਰ ਨੇ, ਤਾਂ ਸਤਿਗੁਰਾਂ ਨੇ ਆਪ ਜੀ ਸਾਧੂ ਸੁਖਦੇਵ ਸਿੰਘ ਜੀ ਵੱਲ ਇਸ਼ਾਰਾ ਕਰਕੇ ਫਰਮਾਇਆ ਕਿ ਇਹੋ ਸਾਡਾ ਪੁੱਤਰ ਹੈ। ਸਤਿਗੁਰਾਂ ਦੇ ਇਹਨਾਂ ਸਾਰਿਆਂ ਬਚਨਾਂ ਬਾਰੇ ਵਿਸਤਾਰ ਲਈ ਇਸ ਜਨਮ ਸਾਖੀ ਵਿੱਚ ਆਪ ਜੀ ਸਾਧੂ ਸੁਖਦੇਵ ਸਿੰਘ ਜੀ ਦੀਆਂ ਸਾਖੀਆਂ ਪੜ੍ਹੀਆਂ ਜਾਣ।